प्यारे विद्यार्थियों, अज आप अपना पहला लैसन ऑफिस टूल्स का दूसरे भाग के इसनों अगे पढ़ांगे। ऑफिस टूल्स या ऑफिस प्रोडक्टिविटी टूल्स या एप्लीकेशन सॉफ्टवेयर इन्हां बारे आपां पिछले लैक्चर के किया सी। ऑफिस टूल्स या ऑफिस प्रोडक्टिविटी टूल्स की आ वो टूल्स जिन्हां दी वरतों करके या वो एप्लीकेशन सॉफ्टवेयर जिन्हां दी वरतों करके असीं दफ्तर के कामां नूं कंप्यूटर राਹੀਂ पूरा कर सकते हैं। ਇਹਦੇ ਨਾਲ ਕੀ ਹੋ ਜਾਂਦਾ ਵੀ ਸਾਡੇ ਜਿਹੜੇ ਜਿੰਨੇ ਵੀ ਦਫ਼ਤਰ ਦੇ ਕੰਮ ਆ, ਇੱਕ ਤਾਂ ਉਹ ਤੇਜ਼ੀ ਨਾਲ ਪੂਰੇ ਹੁੰਦੇ ਆ, ਦੂਸਰਾ ਉਹ ਸਟੋਰ ਹੋ ਕੇ ਰੱਖੇ ਜਾ ਸਕਦੇ ਆ, ਅੱਗੇ ਵਰਤੋਂ ਦੇ ਵਿੱਚ ਲਿਆਏ ਜਾ ਸਕਦੇ ਆ। ਇਸ ਦੇ ਬਹੁਤ ਸਾਰੇ ਫਾਇਦੇ ਆ। ਤਾਂ ਐਪਲੀਕੇਸ਼ਨ ਸੌਫਟਵੇਅਰ ਨੂੰ ਆਪਾਂ ਕਿਸ ਤਰ੍ਹਾਂ ਪਰਿਭਾਸ਼ਿਤ ਕੀਤਾ ਸੀ? ਉਹ ਸੌਫਟਵੇਅਰ ਜਿਨ੍ਹਾਂ ਦੀ ਵਰਤੋਂ ਯੂਜ਼ਰ ਆਪਣੀ ਕਿਸੇ ਖਾਸ ਸਮੱਸਿਆ ਦਾ ਹੱਲ ਕਰਨ ਲਈ ਕਰਦਾ ਹੈ। ਇੱਕ ਸ਼ਬਦ ਯੂਜ਼ਰ ਕੀ ਆ ਵੀ ਯੂਜ਼ਰ ਕਿਹਨੂੰ ਕਹਿੰਦੇ ਆਪਾਂ? ਉਹ ਆਦਮੀ ਜੋ ਯੂਜ਼ ਕਰ ਰਿਹਾ ਕੰਪਿਊਟਰ, ਉਸ ਨੂੰ ਕੀ ਬੋਲਦੇ ਆਪਾਂ? ਯੂਜ਼ਰ। ਠੀਕ ਹੈ ਵੀ ਆਫਿਸ ਟੂਲਸ, ਆਫਿਸ ਪ੍ਰੋਡਕਟਿਵਿਟੀ ਟੂਲਸ ਜਾਂ ਐਪਲੀਕੇਸ਼ਨ ਸੌਫਟਵੇਅਰ ਦੇ ਵਿੱਚ ਆਪਾਂ ਪੜ੍ਹੇ ਸੀ ਵਰਡ ਪ੍ਰੋਸੈਸਿੰਗ ਸੌਫਟਵੇਅਰ, ਡਾਟਾਬੇਸ ਸੌਫਟਵੇਅਰ, ਪ੍ਰੈਜੈਂਟੇਸ਼ਨ ਸੌਫਟਵੇਅਰ, ਉਸ ਤੋਂ ਇਲਾਵਾ ਸਪਰੈਡਸ਼ੀਟ ਸੌਫਟਵੇਅਰ ਤੇ ਇੱਕ ਮਲਟੀਮੀਡੀਆ ਸੌਫਟਵੇਅਰ। ਇਹ ਸੌਫਟਵੇਅਰ ਆਪਾਂ ਪੜ੍ਹੇ ਸੀਗੇ ਐਪਲੀਕੇਸ਼ਨ ਸੌਫਟਵੇਅਰ ਦੇ ਅੰਦਰ। ਇਹਨਾਂ ਬਾਰੇ ਆਪਾਂ ਆਫਿਸ ਟੂਲਸ ਦੇ ਵਿੱਚ ਲਿਖ ਦੇਣਾ, ਇਹਨਾਂ ਬਾਰੇ ਆਪਾਂ ਆਫਿਸ ਪ੍ਰੋਡਕਟਿਵਿਟੀ ਟੂਲਸ ਦੇ ਵਿੱਚ ਵੀ ਲਿਖ ਦੇਣਾ। ਅੱਜ ਦੇ ਇਸ ਲੈਕਚਰ ਦੇ ਵਿੱਚ ਅੱਗੇ ਆਪਾਂ ਸਭ ਤੋਂ ਪਹਿਲਾਂ ਜਿਹੜੇ ਇਹ ਆਫਿਸ ਟੂਲਸ ਵਗੈਰਾ ਇਹਨਾਂ ਨੂੰ ਆਪਾਂ ਚਾਲੂ ਕਰਾਂਗੇ। ਚਾਲੂ ਕਰਨਾ ਢੰਗ ਸਾਰਿਆਂ ਨੂੰ ਸੇਮ ਹੀ ਹੈ। ਕਿਸ ਤਰ੍ਹਾਂ ਕਰਨਾ ਹੈ? ਸਭ ਤੋਂ ਪਹਿਲਾਂ ਆਪਾਂ स्टार्ट बटन पे क्लिक करना, उस तो बाद प्रोग्राम पे जाना, फिर MS ऑफिस पे जाना, उस तो बाद MS ऑफिस, उस तो अगे की लिखना आप जिहड़ा भी ऑफिस प्रोडक्टिविटी टूल्स ਆਪਾਂ ਓਪਨ ਕਰਨਾ। वर्ड करना तो इतने लिख देना वर्ड प्लस ते क्लिक। जे एक्सेल शुरू करना तो इतने एक्सेल लिख देना, एक्सेस शुरू करना तो इतने एक्सेस लिख देना, पावर पॉइंट शुरू करना तो इतने पावर पॉइंट शुरू करना। मतलब कि एक ही ढंग है सारे चालू करना, बस फर्क है MS ऑफिस के विचों आप चालू खड़ा करना वो क्लिक कर देना। ठीक है भाई, अपने को ऑफिस टूल एप्लीकेशन सॉफ्टवेयर या प्रोडक्ट ऑफिस प्रोडक्टिविटी टूल्स के विचों ਜਿਹੜੇ ਕਿਹੜੇ ਸੀਗਾ MS वर्ड करिया सी ਆਪਾਂ, ਉਹ ਸੀਗਾ वर्ड प्रोसैसिंग सॉफ्टवेयर। ਉਸ ਤੋਂ ਬਾਅਦ ਡਾਟਾਬੇਸ ਸੌਫਟਵੇਅਰ ਦੇ MS ਐਕਸੈਸ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਸਪਰੈਡਸ਼ੀਟ ਸੌਫਟਵੇਅਰ ਦੇ ਵਿੱਚ ਆਪਾਂ MS ਐਕਸਲ ਉਦਾਹਰਨ ਲਈ ਸੀ, ਤੇ ਉਸ ਤੋਂ ਬਾਅਦ ਵਿੱਚ ਪ੍ਰੈਜੈਂਟੇਸ਼ਨ ਸੌਫਟਵੇਅਰ ਸੀ ਜਿਹੜਾ ਉਹ ਵਿੱਚ ਪਾਵਰ ਪੁਆਇੰਟ ਦੀ ਉਦਾਹਰਨ ਲਈ ਸੀ। ਉਹਨਾਂ ਨੂੰ ਆਪਾਂ ਚਾਲੂ ਕਿਸ ਤਰ੍ਹਾਂ ਕਰਨਾ? ਇਹ ਢੰਗ। ਠੀਕ ਹੈ, ਸਾਰਿਆਂ ਨੂੰ ਸਮਝ ਲੱਗ ਗਈ ਵੀ ਕੋਈ ਵੀ ਆਪਾਂ ਨੂੰ ਪ੍ਰਸ਼ਨ ਆਉਂਦਾ ਹੈਗਾ ਵੀ ਪਾਵਰ ਪੁਆਇੰਟ ਚਾਲੂ ਕਰਨਾ ਢੰਗ, ਐਕਸਲ ਚਾਲੂ ਕਰਨਾ ਢੰਗ, ਐਕਸੈਸ ਚਾਲੂ ਕਰਨਾ ਢੰਗ ਦਾ ਆਪਣਾ ਸੇਮ ਢੰਗ ਹੀ ਹੈ। ਬਸ ਇੱਥੇ ਤੁਸੀਂ ਬਦਲਾਅ ਕਰ ਦੇਣਾ, ਜਿਹੜਾ ਵੀ ਉਹਨਾਂ ਨੇ ਲਿਖਿਆ ਉਹ ਆ ਜਾਣਾ। ਹੁਣ ਦੂਸਰਾ ਆਪਾਂ ਦੇਖਣਾ ਵੀ ਇਹਨਾਂ ਦੇ ਵਿੱਚ ਆਪਾਂ ਜਿਹੜੀ ਵੀ ਫਾਈਲ ਬਣਾਈ ਆ ਉਹਨੂੰ ਸੇਵ ਕਿਵੇਂ ਕਰਨਾ। ਤਾਂ ਤੁਸੀਂ ਕੀਬੋਰਡ ਤੋਂ CTR ਜਿਹਨੂੰ Ctrl+S ਬਟਨ ਦਬਾ ਦੇਣਾ। ਆਪਣੇ ਕੋਲੇ ਸੇਵ ਐਜ਼ ਡਾਇਲੌਗ ਬਾਕਸ ਆ ਜਿਹੜਾ ਦਿਖਾਈ ਦੇਊਗਾ, ਉਹਦੇ ਵਿੱਚ ਆਪਾਂ ਫਾਈਲ ਦਾ ਨਾਮ ਜਿਹੜਾ ਵੀ ਆਪਾਂ ਲਿਖਣਾ ਗਾ ਉਹ ਟਾਈਪ ਕਰ ਦੇਣਾ, ਤੇ ਕਿਸ ਫੋਲਡਰ ਦੇ ਵਿੱਚ ਆਪਾਂ ਫਾਈਲ ਸੇਵ ਕਰਨੀ ਆ ਉਸ ਦਾ ਨਾਮ ਲਿਖ ਦੇਣਾ। ਉਸ ਤੋਂ ਬਾਅਦ ਵਿੱਚ ਆਪਾਂ ਸੇਵ ਬਟਨ ਤੇ ਕਲਿੱਕ ਕਰ ਦੇਣਾ, ਆਪਣੀ ਜਿਹੜੀ ਫਾਈਲ ਜਿਹੜੀ ਵੀ ਬਣੀ ਹੋਊਗੀ ਉਹ ਸੇਵ ਹੋ ਜਾਵੇਗੀ। ਉਸ ਤੋਂ ਬਾਅਦ ਦੇ ਵਿੱਚ ਆਪਾਂ ਅਗਲਾ ਜਿਹੜਾ ਪ੍ਰਸ਼ਨ ਆ ਉਹ ਕਰਨਾ ਹੈਗਾ ਗਾ ਪੇਜ ਬ੍ਰੇਕ। पेज ब्रेक को आप थोड़ा जिहा पहला समझ लीए। मान लो अपने कोले आप MS वर्ड के टाइप कर रहे हैं, आ पेज अपने कोले, इस पेज को आप टाइप करना शुरू करेंगे। मान लो टाइप करते करते
ਜਦੋਂ ਹੀ ਆਪਾਂ ਐਂਡ ਤੇ ਪਹੁੰਚਾਂਗੇ ਤਾਂ ਵਰਡ ਨੇ ਆਟੋਮੈਟਿਕਲੀ ਆਪਣੇ ਕੋਲ ਇੱਕ ਨਵਾਂ ਪੇਜ ਹੈ ਜਿਹੜਾ ਉਹ ਇਨਸਰਟ ਕਰ ਦੇਣਾ। ਤੇ ਆਪਾਂ ਇਸ ਨੂੰ ਟਾਈਪ ਕਰਦੇ ਜਾਵਾਂਗੇ। जितने भी पेज आप टाइप करते जाएंगे आटोमैटिकली अनुसार करते जाएंगे। पर पेज ब्रेक का मतलब की है नवा पेज दाखिल करना। शब्द जो भी पेज ब्रेक आ गया तो थोड़े दिमाग के कोई गल होनी चाहिए भी नवा पेज दाखिल करना। ये वरतों आप कितने करते हैं, मान लो आप टाइप करते इस जगह अपना जो टॉपिक आ या लैसन आ वो खत्म हो गया, इस तो बाद आप अगले पेज के उपर जाना तो उस समय आप पेज ब्रेक की वरतों करते हैं। पेज ब्रेक का मतलब नवा पेज दाखिल करना। ठीक है, पेज ब्रेक को आप दाखिल किवें करना गा, ये वास्ते शॉर्टकट की है, कहता आप कंट्रोल प्लस एंटर बटन है जो दबा दिए तो अपने को नवा पेज है जो दाखिल हो जाएगा। दूसरा टाइम की आप ਹੁਣ पेज ब्रेक ਨੂੰ दाखिल करना मतलब इंसर्ट करना। तो आप इंसर्ट टैब के ਵਿੱਚੋਂ इंसर्ट टैब ਤੇ क्लिक करांगे तो अपने को थल्ले इंसर्ट टैब का ਜਿਹੜਾ ਰੀਬਨ दिखाई देगा ਉਹਦੇ ਵਿੱਚੋਂ ਆਪਾਂ पेज ब्रेक बटन पे क्लिक कर देना। इंसर्ट टैब ਦੇ ਵਿੱਚੋਂ पेज ब्रेक बटन पे क्लिक कर देना तो अपने को नवा पेज है जो दाखिल हो जाऊगा। उस तो बाद आप जो भी पेज ब्रेक बटन पे क्लिक करने तो बाद आप जो भी टाइप करांगे वो नवे पेज के उपर टाइप होगा। पेज ब्रेक बारे समझ लग गई सारे जो शब्द पेज ब्रेक आता तो अपने दिमाग च होना चाहिए नवा पेज दाखिल करना। ठीक है विद्यार्थियों, इस तरीके आप कंट्रोल प्लस एंटर की मदद नाल भी आप नवा पेज है जो दाखिल कर सकते हैं। उस तो अगे आप अगला टॉपिक अपना वो है टैब स्टॉप। ये अपना अगला टैब स्टॉप। देखो टैब स्टॉप्स का पहला आप देखते भी कम किया कीबोर्ड के उपर अपने को एक बटन होंगे टैब। जो आप टैब बटन अपना कर्सर जी डंडी होंगी है जिथे आप डंडी को रख के कोई भी टाइप करते हैं उसको अगे वाल लैके जाते हैं। ठीक है, मान लो अपने को रूलर अपने को इतने इतों जो आप टैब नपागे तो इस जगह रुकूगी, टैब नपागे इस जगह रुकूगी, बराबर बराबर जगह पर जाके रुकती जाती है। पर जे आप चाहते हैं भी आप जो टैब बटन नपीए तो जो इंसर्शन पॉइंट है वो एक खास जगह पर जाके रुके। जो मन चाहते हैं इतने रुके तो वो वास्ते आप टैब स्टॉप्स की जी वो मदद लेनी है। तो टैब स्टॉप्स की वरतों आप कहते वास्ते करते हैं कर्सर ਜਾਂ ਆਪਾਂ इंसर्शन पॉइंट ਨੂੰ ਟੈਂਪਰੋ ਦੀ ਡੰਡੀ ਨੂੰ ਟੈਬ ਬਟਨ ਨਾਲ ਕੰਟਰੋਲ ਕਰਨ ਲਈ ਕਰਦੇ ਹਾਂ ਵੀ ਉਹ ਕਿੱਥੇ ਜਾ ਕੇ ਰੁਕੇ। ਠੀਕ ਹੈ, ਆਪਣੇ ਕੋਲੇ 5 ਪ੍ਰਕਾਰ ਦੀਆਂ ਜਿਹੜੀਆਂ ਟੈਬ ਸਟਾਪਸ ਹੈ ਤੇ ਉਹਨਾਂ ਦੇ ਸਿੰਬਲ ਆ ਜਿਵੇਂ ਲੈਫਟ ਟੈਬ ਸਟਾਪ, ਇਸ ਤੋਂ ਉਲਟ ਕਰ ਦਿਆ ਸੀ राइट टैब स्टॉप। जो बिल्कुल सेंटर से कर दिए तो की हो जाएगी सेंटर टैब स्टॉप। उस तो बाद ये सेंटर के रूप में इतने आप बिंदु ला दिए ये बन जाती है डेसिमल टैब स्टॉप। ये आप सिंपल सीधी लाइन खींचती ये बन जाती है बार टैब स्टॉप। ठीक है, टैब स्टॉप तुम कॉमन साइड के पीछे ला एल का लैफ्ट एल को उल्ट कर दिए राइट विचकार को सेंटर सेंटर वाले नाल जे बिंदु है दशमलव ला दिए तो डेसिमल सीधी लाइन को की बोलते हैं बार टैब स्टॉप। ठीक है भाई, समझ लग गई। इन्हों के अलग अलग काम हम आप
देखते हैं कि टैब स्टॉप को आप सैट किवें करते हैं। ठीक है, टैब स्टॉप को सैट करने के दो ढंग आ। सब तो पहले आप रूलर की मदद नाल भी इसको सैट कर सकते हैं। जिस तरह तुसीं देखा होगा जो भी आप MS वर्ड को खोलते हैं तो अपने को जी स्क्रीन है वो जो वर्क एरिया होंगे उसके उपर इधरली साइड रूलर बने होंगे या आप कहते फुट्टे बने होंगे वो जिस जगह फुट्टे के कटते आपस में खब्बे पासे तो उस जगह अपने को टैब स्टॉप्स का सिंबल बनया होगा। जिस तरह इतने L बनी तो यह मतलब की है कि चल रही है हम लैफ्ट टैब स्टॉप्स चलती है। जे आप क्लिक कर देंगे तो राइट आ गई, जे एक फिर क्लिक कर देंगे सेंटर आ गई, एक फिर क्लिक कर देंगे तो डेसिमल आ गई, एक फिर क्लिक कर देंगे तो बार्स आ गई। उस तो बाद डेट आने शुरू हो जाएगी। हम अपने को जी भी टैब स्टॉप आप लानी है वो इतों सिलेक्ट कर लिए, मान लो आप लैफ्ट कर दें। उस तो बाद जिथे चाहते आप अपना जो इंसर्शन पॉइंट आ वो रुके तो उत्थे आप क्लिक कर देना। ठीक है, तो अपने को उस जगह पर स्टॉप ला देना। जे हम आप अगे इस जगह चलाने तो इस जगह एक टैब स्टॉप लग गया। हम इतों जे अपने को टैब बटन दबते हैं तो इंसर्शन पॉइंट है जो इस जगह रुकेगा, फिर टैब दबाएंगे तो इस जगह रुकेगा, विचकार कितने भी नहीं रुकेगा। हम आप देख लिए भी लैफ्ट राइट सेंटर डेसिमल के बाद का की मतलब। हम मान लो आप लैफ्ट राइट वो सिलेक्ट की हुई है, इतने लैफ्ट लगी हुई है। हम जो भी आप अखर टाइप करा तो वो इस तो लैफ्ट वाली साइड इधर जिधर में मूव आगा उधरले पास टाइप होता जाएगा, इधरले पास उधरले पास टाइप होता जाता है। इतने जावांगे आप इतों भी अखर जो इधरले पास टाइप होंगे। जे हम उस तो बाद आप राइट कर देखो ये होगी राइट और राइट का मतलब क्या है इधर साइड तो तुम इसे तो अंदाजा ला लेना राइट जो है जे हम इतने अपने राइट टैब स्टॉप लगे हैं तो अखर जो इधर साइड को जाएंगे इतों भी इधर साइड को। ठीक है, जे हम अपने को सेंटर तो अखर हमेशा किया सेंटर के रहेंगे, जिन्हें मर्जी अखर टैब कर दिया कि वो इसमें सेंटर के रहेंगे। उस तो बाद अपने आ जाती है डेसिमल। तो ये होगा डेसिमल इतने लग्या होगा, मान लो आप 1 2 3 लिखते तो इतने 1 2 3 आ जाएंगे डेसिमल में। जो आप पॉइंट लावांगे तो पॉइंट तो बाद लिखा जो इधरले पासे जाएंगे, मतलब कि पॉइंट तो पहला इधरली साइड पॉइंट तो बाद इधरली साइड। ठीक है, ये हो गया अपने को डेसिमल टैब स्टॉप। उस तो बाद अपने को आ जाती है बार। बार में अक्षरों को अलाइन नहीं करना, बार जिथे भी आप लाते तो उत्थे इस तरीके से सिंपल डंडी बनती, जो जो आप एंटर मारी जाओगे वो डंडी जी थले को बढ़ती जाएगी। ठीक है, ऐसे एक सिंपल डंडी बढ़ जाती है। ठीक है, खड़ी डंडी उस तो बाद जो आप एंटर मारोगे वो थले को चल जाएगी। ये हो गया अपने को 5 किस्म के टैब स्टॉप्स। हम मैनुअली टैब स्टॉप आप देख लिया जाना आप रूलर के खब्बे कोने के विचों टैब स्टॉप आ जो वो किस्म चुनेंगे। उस तो बाद जिथे भी रूलर के उपर आप क्लिक करांगे उत्थे टैब स्टॉप आ जो वो लगता जाएगा। ठीक है, दूसरा टैब है अपने को वो है होम टैब है जी आप पैराग्राफ जोड़े है वो डायलॉग बॉक्स लांचर पर क्लिक करांगे तो उसके थले अपने को टैब बनया होगा बटन। जो आप टैब बटन पर क्लिक करांगे तो अपने को टैब डायलॉग बॉक्स आऊगा, उस बॉक्स आप टैब के स्टॉप भी किन्ने इंच के स्टॉप लेना किन्ने सेंटीमीटर के लेना वो आप सिलेक्ट करके उस तरीके ला सकते हैं। उतों ही आप सारे टैब स्टॉप जोड़े लाए आ वो क्लीयर भी कर सकते हैं। तो समझ लग गई बच्चों अपने को टैब स्टॉप का मतलब की है भी टैब बटन नप्पण के जो अपना कर्सर आ जां इंसर्शन पॉइंट आ जां टेंपट की डंडी आ वो किस जगह जाके यही काम है अपने को टैब स्टॉप। सारा क्लीयर हो गया।
ਪੰਜੇ ਟੈਬ ਸਟਾਪਸ ਆ ਜਿਹੜਾ ਉਹਨਾਂ ਦਾ ਪਤਾ ਲੱਗ ਗਿਆ। ਆਪਾਂ ਜੇ ਸਿੰਪਲ ਆਉਂਦਾ ਆਪਾਂ ਨੂੰ ਵੀ ਟੈਬ ਸਟਾਪ ਲਗਾਉਣ ਦਾ ਢੰਗ ਲਿਖੋ। ਸਿੰਪਲ ਲਿਖਣਾ ਗਾ ਉੱਪਰਲੇ ਰੂਲਰ ਦੇ ਖੱਬੇ ਕੋਨੇ ਦੇ ਵਿੱਚੋਂ ਟੈਬ ਦੀ ਕਿਸਮ ਚੁਣੋ। ਕਿਸਮ ਲਿਖਣ ਦੀ ਕੋਈ ਜ਼ਰੂਰਤ ਨਹੀਂ, ਟੈਬ ਦੀ ਕਿਸਮ ਚੁਣੋ। ਰੂਲਰ ਦੇ ਉੱਪਰ ਜਿਸ ਜਗ੍ਹਾ ਤੁਸੀਂ ਟੈਬ ਸਟਾਪ ਲਗਾਉਣਾ ਚਾਹੁੰਦੇ ਹੋ ਉਸ ਜਗ੍ਹਾ ਕਲਿੱਕ। ਇਹ ਸਾਰਾ ਆਪਾਂ ਤੁਹਾਨੂੰ ਨੋਟਸ ਦੇ ਵਿੱਚ ਭੇਜਿਆ ਹੋਇਆ। ਇੱਥੇ ਆਪਾਂ ਤੁਹਾਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸਿਆ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਵੀ ਟੈਬ ਸਟਾਪ 5 ਤਰ੍ਹਾਂ ਦੀ ਲਿਖੀ ਹੋਈ ਆ ਉਹ ਕਿਹੜੀ ਆ। ਠੀਕ ਆ ਵੀ ਟੈਬ ਸਟਾਪਸ ਬਾਰੇ ਸਾਰਿਆਂ ਨੂੰ ਕਲੀਅਰ ਹੋ ਗਿਆ। ਤਾਂ ਹੁਣ ਆਪਾਂ ਅਗਲਾ ਜਿਹੜਾ ਹੈਗਾ ਆਪਣਾ ਟੌਪਿਕ ਉਹਨੂੰ ਲੈਂਦੇ ਹਾਂ। ਤੇ ਅੱਜ ਉਹ ਅਗਲਾ ਜਿਹੜਾ ਆਪਣਾ ਪ੍ਰਸ਼ਨ ਆ ਉਹ ਹੈਗਾ ਪ੍ਰਿੰਟ ਤੇ ਪ੍ਰਿੰਟ ਕਮਾਂਡ ਵਿੱਚ ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਕਮਾਂਡ ਦੇ ਵਿੱਚ ਕੀ ਆ ਆਪਾਂ ਦੇਖਦੇ ਹਾਂ। ਪ੍ਰਿੰਟ ਪ੍ਰੀਵਿਊ ਮਤਲਬ ਨਾਮ ਕੋਈ ਸਪਸ਼ਟ ਪ੍ਰੀਵਿਊ ਮਤਲਬ ਪ੍ਰਿੰਟ ਤੋਂ ਪਹਿਲਾਂ ਆਉਂਦਾ ਵਿਊ ਦੀ ਪ੍ਰੀ ਦਾ ਮਤਲਬ ਪਹਿਲਾਂ। ਠੀਕ ਆ, ਹੁਣ ਦੇਖੋ ਜਦੋਂ ਆਪਾਂ MS ਵਰਡ ਦੇ ਵਿੱਚ ਜਾਂ ਕਿਸੇ ਹੋਰ ਐਪਲੀਕੇਸ਼ਨ ਸੌਫਟਵੇਅਰ ਦੇ ਵਿੱਚ ਕੰਮ ਕਰ ਰਹੇ ਹੁੰਦੇ ਤਾਂ ਆਪਣੇ ਕੋਲ ਜਿਹੜਾ ਦਿਖਾਈ ਦਿੰਦਾ ਹੈਗਾ ਉਹ ਪੇਜ ਦਾ ਕੁਛ ਹਿੱਸਾ ਹੀ ਦਿਖਾਈ ਦਿੰਦਾ। ਉਸ ਤੋਂ ਉੱਪਰ ਵੀ ਪੇਜ ਹੋ ਸਕਦਾ, ਟਾਈਪ ਕਰਕੇ ਆਪਾਂ ਥੱਲੇ ਨੂੰ ਆਏ ਹੋਏ ਤੇ ਥੱਲੇ ਵੀ ਪੇਜ ਹੋ ਸਕਦਾ। ਪਰ ਪ੍ਰਿੰਟ ਪ੍ਰੀਵਿਊ ਕਮਾਂਡ ਹੈ ਜਿਹੜੀ ਇਹ ਆਪਾਂ ਨੂੰ ਸਕਰੀਨ ਦੇ ਉੱਪਰ ਪੂਰਾ ਪੇਜ ਦਿਖਾ ਦਿੰਦੀ ਹੈ ਤੇ ਜਿੱਥੇ ਆਪਾਂ ਟਾਈਪ ਕੀਤਾ ਹੁੰਦਾ ਉਹ ਵੀ ਆਪਾਂ ਨੂੰ ਜਿੰਨਾ ਆਪਾਂ ਪੇਜ ਟਾਈਪ ਕੀਤਾ ਉਹ ਵੀ ਦਿਖਾ ਦਿੰਦਾ। ਸਮਝ ਆ ਗਈ? ਪ੍ਰਿੰਟ ਪ੍ਰੀਵਿਊ ਕਮਾਂਡ ਹੈ ਜਿਹੜੀ ਆਪਾਂ ਪ੍ਰਿੰਟ ਕਮਾਂਡ ਤੋਂ ਪਹਿਲਾਂ ਵਰਤਦੇ ਹਾਂ। ਇਹ ਆਪਾਂ ਦੇਖਣ ਲਈ ਵਰਤਦੇ ਹਾਂ ਵੀ ਪ੍ਰਿੰਟ ਹੋਣ ਤੋਂ ਬਾਅਦ ਪੇਜ ਉੱਪਰ ਸਾਡਾ ਡਾਕੂਮੈਂਟ ਹੈ ਜਿਹੜਾ ਉਹ ਕਿਸ ਤਰ੍ਹਾਂ ਦਿਖਾਈ ਦੇਵੇ। ਜੇ ਆਪਾਂ ਉਹਦੀ ਸੈਟਿੰਗ ਗਲਤ ਲੱਗਦੀ ਹੈ, ਮੰਨ ਲਓ ਆਪਾਂ ਨੂੰ ਲੱਗਦਾ ਹੈ ਵੀ ਉੱਪਰ ਘੱਟ ਜਗ੍ਹਾ ਥੱਲੇ ਜ਼ਿਆਦਾ ਜਗ੍ਹਾ ਬਚਦੀ ਹੈ ਤਾਂ ਆਪਾਂ ਉਹਨੂੰ ਸੈਟਿੰਗਾਂ ਸੈੱਟ ਕਰ ਸਕਦੇ ਹਾਂ। ਮਤਲਬ ਕੀ ਹੋ ਗਿਆ, ਪ੍ਰੀਵਿਊ ਲੈਂਦੇ ਹਾਂ ਆਪਾਂ, ਮਤਲਬ ਪਹਿਲਾਂ ਵੇਖਦੇ ਹਾਂ ਵੀ ਕਾਗਜ਼ ਦੇ ਉੱਪਰ ਸਾਡਾ ਜਿਹੜਾ ਡਾਕੂਮੈਂਟ ਆ ਉਹ ਕਿਸ ਤਰੀਕੇ ਨਾਲ ਪ੍ਰਿੰਟ ਹੋਵੇਗਾ। ਠੀਕ ਹੈ, ਪ੍ਰਿੰਟ ਪ੍ਰੀਵਿਊ ਦੇਖਣ ਵਾਸਤੇ ਆਪਾਂ ਕੀਬੋਰਡ ਤੋਂ ਕੰਟਰੋਲ ਪਲੱਸ F2 ਕੰਟਰੋਲ ਤੇ F2 ਕੀਜ਼ ਆ ਜਿਹੜੇ ਇਕੱਠੇ ਦਬਾਉਂਦੇ ਆ ਤਾਂ ਆਪਣਾ ਪ੍ਰਿੰਟ ਪ੍ਰੀਵਿਊ ਆ ਜਿਹੜਾ ਉਹ ਦਿਖਾਈ ਦੇਣ ਲੱਗ ਜਾਂਦਾ। ਠੀਕ ਹੈ, ਪ੍ਰਿੰਟ ਪ੍ਰੀਵਿਊ ਦੇ ਵਿੱਚ ਆਪਾਂ ਦੇਖ ਲੈਂਦੇ ਆ ਵੀ ਸਾਡਾ ਡਾਕੂਮੈਂਟ ਜਿਹੜਾ ਪੇਜ ਦੇ ਉੱਪਰ ਕਿਸ ਤਰ੍ਹਾਂ ਦਿਖਾਈ ਦੇ ਰਿਹਾ। ਜੇ ਸਾਨੂੰ ਲੱਗਦਾ ਕਿਸੇ ਬਦਲਾਅ ਦੀ ਜ਼ਰੂਰਤ ਆਪਾਂ ਪ੍ਰਿੰਟ ਪ੍ਰੀਵਿਊ ਨੂੰ ਕਲੋਜ਼ ਕਰਦੇ ਹਾਂ, ਉਹ ਬਦਲਾਅ ਕਰ ਲੈਂਦੇ ਡਾਕੂਮੈਂਟ ਦੇ ਵਿੱਚ, ਉਹਦੇ ਮਾਰਜਨ ਵਗੈਰਾ ਸੈੱਟ ਕਰ ਦਿੰਦੇ ਆ। ਜੋ ਵੀ ਆਪਾਂ ਨੂੰ ਲੱਗਦਾ ਵੀ ਸੈੱਟ ਕਰਨ ਵਾਲੀ ਨਾ ਉਹ ਕਰਕੇ ਉਸ ਤੋਂ ਬਾਅਦ ਦੁਬਾਰਾ ਆਪਾਂ ਕੰਟਰੋਲ F2 ਦੇ ਨਾਲ ਪ੍ਰਿੰਟ ਪ੍ਰੀਵਿਊ ਜਿਹੜਾ ਉਹ ਦੇਖ ਸਕਦੇ ਹਾਂ। ਠੀਕ ਹੈ ਵੀ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਪ੍ਰਿੰਟ ਕਮਾਂਡ ਦੀ ਵਰਤੋਂ ਜਿਹੜੀ ਉਹ ਅਖੀਰ ਦੇ ਵਿੱਚ ਜਦੋਂ ਸਾਡਾ ਸਾਰਾ ਡਾਕੂਮੈਂਟ ਵਧੀਆ ਢੰਗ ਨਾਲ ਤਿਆਰ ਹੋ ਜਾਂਦਾ ਉਸ ਨੂੰ ਕਾਗਜ਼ ਦੇ ਉੱਪਰ ਪ੍ਰਿੰਟ ਕਰ ਲਈ, ਮਤਲਬ ਕਿ ਉਸਦੀ ਹਾਰਡ ਕਾਪੀ ਲੈਣ ਲਈ ਕਰ। ਜਦੋਂ ਪ੍ਰਿੰਟ ਕਮਾਂਡ ਤੇ ਆਪਾਂ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਸਾਡਾ ਚਾਲੂ ਹੋ ਜਾਂਦਾ ਤੇ ਡਾਕੂਮੈਂਟ ਹੈ ਜਿਹੜਾ ਉਹ ਪ੍ਰਿੰਟ ਹੋ ਕੇ ਕਾਗਜ਼ ਉੱਪਰ ਸਾਡੇ ਕੋਲ ਸਾਨੂੰ ਪ੍ਰਾਪਤ ਹੁੰਦਾ। ਠੀਕ ਹੈ, ਪ੍ਰਿੰਟ ਕਮਾਂਡ ਦੀ ਵਰਤੋਂ ਕੀ ਆ, ਪ੍ਰਿੰਟਰ ਨੂੰ ਚਾਲੂ ਕਰ ਦਿੰਦਾ। ਠੀਕ ਹੈ, ਇਸ ਦੇ ਵਾਸਤੇ ਆਪਾਂ ਪ੍ਰਿੰਟ ਕਮਾਂਡ ਵਾਸਤੇ ਕੀਬੋਰਡ ਤੋਂ CTRL ਇਸ ਨੂੰ ਆਪਾਂ ਕੰਟਰੋਲ ਬੋਲਦੇ ਆ ਪਲੱਸ P ਕਮਾਂਡ ਕੀ ਦੀ ਵਰਤੋਂ ਜਿਹੜੀ ਉਹ ਇਸ ਤਰ੍ਹਾਂ ਸਾਨੂੰ ਇੱਕ ਡਾਇਲੌਗ ਬਾਕਸ ਜਿਹੜਾ ਉਹ ਦਿਖਾਈ ਦੇਣ ਲੱਗ ਜਾਂਦਾ ਹੈ ਜਿਹਦੇ ਵਿੱਚ ਅਸੀਂ ਸਾਰੀਆਂ ਸੈਟਿੰਗਸ ਕਰਦੇ ਹਾਂ। ਮੰਨ ਲਓ ਸਾਡੇ ਕੋਲ ਜ਼ਿਆਦਾ ਪ੍ਰਿੰਟਰ ਦਾ ਆਪਾਂ ਪ੍ਰਿੰਟਰ ਚੁਣ ਲੈਂਦੇ ਹਾਂ ਵੀ ਕਿਹੜੇ ਪ੍ਰਿੰਟਰ ਨਾਲ ਆਪਾਂ ਦਾ ਪ੍ਰਿੰਟ ਲੈਣਾ ਗਾ। ਠੀਕ ਹੈ, ਕਿੰਨੀਆਂ ਕਾਪੀਆਂ ਚਾਹੀਦੀਆਂ ਡਾਕੂਮੈਂਟ ਦੇ ਸਾਨੂੰ ਕਾਪੀਆਂ ਸੈੱਟ ਕਰ ਦਿੰਦੇ ਆ। ਸਾਨੂੰ ਪੂਰਾ ਡਾਕੂਮੈਂਟ ਹੀ ਪ੍ਰਿੰਟ ਕਰਨਾ ਜਾਂ ਡਾਕੂਮੈਂਟ ਦੇ ਵਿੱਚੋਂ ਕੁਝ ਪੇਜ ਪ੍ਰਿੰਟ ਕਰਨੇ ਆ ਤਾਂ ਉਹ ਆਪਾਂ ਚੁਣ ਲੈਂਦੇ ਆ। ਜਾਂ ਡਾਕੂਮੈਂਟ ਦੇ ਵਿੱਚੋਂ ਆਪਾਂ ਨੂੰ ਸਿਰਫ ਇੱਕ ਨੰਬਰ 1 2 3 ਮਤਲਬ ਕਿ ਔਡ ਨੰਬਰ ਵਾਲੇ ਪੇਜ ਪ੍ਰਿੰਟ ਹੋਣ ਜਾਂ ਈਵਨ ਨੰਬਰ ਵਾਲੇ ਪ੍ਰਿੰਟ ਪੇਜ ਹੋਣ, ਉਹ ਸਾਰਾ ਕੁਛ ਆਪਾਂ ਕੰਟਰੋਲ ਪਲੱਸ P ਤੋਂ ਬਾਅਦ ਜਿਹੜਾ ਡਾਇਲੌਗ ਬਾਕਸ ਦਿਖਾਈ ਦਿੰਦਾ ਸਾਨੂੰ ਉਹਦੇ ਵਿੱਚ ਸੈਟਿੰਗ ਕਰਨ ਤੋਂ ਬਾਅਦ ਪ੍ਰਿੰਟ ਬਟਨ ਤੇ ਆਪਾਂ ਕਲਿੱਕ ਕਰ ਦਿੰਦੇ ਆ ਤੇ ਆਪਣਾ ਜਿਹੜਾ ਪ੍ਰਿੰਟਰ ਆ ਉਹ ਚੱਲ ਜਾਂਦਾ। ਇਸ ਤਰ੍ਹਾਂ ਆਪਣੇ ਕੋਲੇ ਪ੍ਰਿੰਟ ਪ੍ਰੀਵਿਊ ਤੇ ਪ੍ਰਿੰਟ ਕਮਾਂਡ ਦੇ ਵਿੱਚ ਅੰਤਰ ਪਤਾ ਲੱਗ ਗਿਆ। ਪ੍ਰਿੰਟ ਪ੍ਰੀਵਿਊ ਸਾਨੂੰ ਇਹ ਦਿਖਾਉਂਦੀ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ। ਜੇਕਰ ਸਾਨੂੰ ਉਹਦੇ ਵਿੱਚ ਕੋਈ ਬਦਲਾਅ ਕਰਨ ਦੀ ਜ਼ਰੂਰਤ ਹੈ ਤਾਂ ਅਸੀਂ ਉਸ ਵਿੱਚ ਕੋਈ ਬਦਲਾਅ ਕਰ ਸਕਦੇ ਹਾਂ। ਪਰ ਪ੍ਰਿੰਟ ਕਮਾਂਡ ਹੈ ਜਿਹੜੀ ਇਹ ਪ੍ਰਿੰਟ ਨੂੰ ਚਾਲੂ ਕਰਨ ਲਈ ਕੀਤੀ ਜਾਂਦੀ ਹੈ। ਇਹ ਅਖੀਰ ਦੇ ਵਿੱਚ ਜਦੋਂ ਸਾਡਾ ਸਾਰਾ ਡਾਕੂਮੈਂਟ
ਸਾਰੇ ਪ੍ਰਸ਼ਨਾਂ ਨੂੰ ਹੱਲ ਕਰ ਲਏ। ਇੱਕ ਮੇਲ ਮਾਰਨ ਵਾਲਾ ਜਿਹੜਾ ਪ੍ਰਸ਼ਨ ਆ ਉਹ ਜਿਹੜਾ ਰਹਿੰਦਾ ਗਾ ਉਹਨੂੰ ਆਪਾਂ ਅਲੱਗ ਵੀਡੀਓ ਜਿਹੜੀ ਉਹਦੀ ਬਣਾ ਕੇ ਤੁਹਾਨੂੰ ਕੰਪਿਊਟਰ ਦੇ ਉੱਪਰ ਹੀ ਦਿਖਾਵਾਂਗੇ। ਇਹ ਵੀ ਜਿਹੜੇ ਆਪਾਂ ਜਿੰਨੀਆਂ ਵੀ ਅੱਜ ਟੌਪਿਕ ਕੀਤੇ ਆ ਇਹਨਾਂ ਨੂੰ ਵੀ ਆਪਾਂ ਕੰਪਿਊਟਰ ਦੇ ਉੱਪਰ ਨਾਲ ਦੀ ਨਾਲ